ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੀਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣਾ। ਗੁਰ ਨਾਨਕ ਪਦ ਪੰਕਜ ਬੰਦਨ ਪਾਦ, ਪੰਕਜ ਬੰਦਨ ਸਿਮਰਾ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਨ, ਹਿਰਦੈ ਨਿਤ ਧਿਆਨ। ਗੁਰ ਰਾਮਦਾਸ ਗੁਣ ਗਾਵ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮ ਓੰਕਾਰ ਜੋਰੀ, ਨਾਮ ਓੰਕਾਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੁ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ।
ਵਾਹਿਗੁਰੂ ਜੀ ਦੋਹਰਾ। ਪ੍ਰਥਮ ਦਾਰਸ਼ ਕੋ ਦੇਵ ਪ੍ਰਸੰਗ ਸੁਣਾਏ। ਲਿਖਿਓ ਪਠਿਓ ਖਤ ਸੁਧ ਲਈ, ਜਿਸ ਬਿਦ ਸ੍ਰੀ ਹਰਿ ਰਾਏ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਵੇਂ ਸਤਿਗੁਰੂ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਪ੍ਰਥਮ ਦਾਰਸ਼ ਕੋ ਦੇਵ ਪ੍ਰਸੰਗ ਸੁਣਾਏ। ਲਿਖਿਓ ਪਟਿਓ ਖਤ ਸੁਧ ਲਏ, ਜਿਸ ਬਿਦ ਸ੍ਰੀ ਹਰਿ ਰਾਏ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 14 ਸ਼ੁਰੂ ਕਰਦਿਆਂ ਹੋਏ ਲਿਖ ਰਹੇ ਨੇ, ਜਿਵੇਂ ਕੱਲ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ। ਦਾਰਾ ਸ਼ਿਕੋ ਆਪਣੇ ਭਰਾ ਔਰੰਗਜ਼ੇਬ ਤੋਂ ਹਾਰ ਕੇ ਆਗਰਾ ਛੱਡ ਕੇ ਦਿੱਲੀ ਆ ਗਿਆ, ਔਰ ਜਦੋਂ ਪਤਾ ਲੱਗਿਆ ਕਿ ਔਰੰਗਜ਼ੇਬ ਪਿੱਛੇ ਪਿੱਛੇ ਦਿੱਲੀ ਵੀ ਆ ਰਿਹਾ ਹੈ, ਇਹਨੇ ਦਿੱਲੀ ਤੋਂ ਵੀ ਆਪਣਾ ਕੁਝ ਕੀਮਤੀ ਸਾਜੋ ਸਮਾਨ ਲਿਆ। 5000 ਸੈਨਿਕ ਨਾਲ ਲਏ। ਉੱਥੋਂ ਜਿਉਂ ਭੱਜਿਆ ਪਹਾੜੀ ਰਸਤੇ ਹੁੰਦਿਆਂ ਇਹ ਕੀਰਤਪੁਰ ਸਾਹਿਬ ਪਹੁੰਚਿਆ, ਔਰ ਇੱਥੇ ਆ ਕੇ ਨੇ ਪੁੱਛਿਆ ਕਿ ਇਸ ਨਗਰ ਦਾ ਮਾਲਕ ਕੌਣ ਹੈ। ਤੇ ਸਿੱਖ ਨੇ ਫਿਰ ਗੁਰੂ ਸਾਹਿਬ ਦੀ ਪੂਰੀ ਵਡਿਆਈ ਕਰਕੇ ਦੱਸਿਆ ਕਿ ਜਿਹੜਾ ਤਿੰਨਾਂ ਲੋਕਾਂ ਦੇ ਮਾਲਕ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹਨਾਂ ਦੇ ਥਾਂ ਤੇ ਜਿਹੜੇ 6ਵੇਂ ਸਤਿਗੁਰੂ ਸਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਨਾਲ ਤੁਹਾਡੇ ਪਿਤਾ ਨੇ 4 ਜੰਗਾਂ ਵੀ ਲੜੀਆਂ ਤੇ 4 ਹੀ ਹਾਰ ਗਏ ਸਨ, ਉਹਨਾਂ ਦੇ ਥਾਂ ਤੇ ਉਹਨਾਂ ਦੇ ਪੋਤੇ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਨੇ, ਤੇ ਉਹੀ ਇੱਥੋਂ ਦੇ ਮਾਲਕ ਨੇ। ਹੁਣ ਅਗਲੇ ਅਧਿਆਇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਗੁਰੂ ਸਾਹਿਬ ਦੀ ਮਹਿਮਾ ਸੁਣ ਕੇ ਨਾ ਦਾਰਾ ਸ਼ਿਕੋ ਦੇ ਅੰਦਰ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਅਭਿਲਾਖਾ ਜਿਹੜੀ ਹੈ ਉਹ ਜਾਗ ਉੱਠੀ। ਤੇ ਦਾਰਾ ਸ਼ਿਕੋ ਦਾ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਮੈਂ ਪਹਿਲੋਂ ਤੁਹਾਨੂੰ ਸੁਣਾ ਦਿਆਂ ਕਿ ਜਿਵੇਂ ਦਾਰਾ ਸ਼ਿਕੋ ਨੇ ਫਿਰ ਚਿੱਠੀ ਲਿਖੀ, ਜਿਵੇਂ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਇਹ ਪ੍ਰਸੰਗ ਬਾਅਦ ਵਿੱਚ ਸੁਣਾਵਾਂਗਾ। ਪਹਿਲੋਂ ਦਾਰਾ ਸ਼ਿਕੋ ਸੰਤ ਸੁਭਾਅ ਦਾ ਕਿਵੇਂ ਹੈ, ਅੰਦਰ ਪ੍ਰੇਮ ਕਿਵੇਂ ਜਾਗਿਆ, ਉਹਦੇ ਬਾਰੇ ਪਹਿਲੋਂ ਦੱਸ ਦਿਆਂ। ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ, ਦਾਰ ਸ਼ਿਕੋ ਮਹਾ ਸਤਸੰਗੇ, ਪਰਮੇਸ਼ਰ ਪਦ ਪ੍ਰੀਤ ਉਹ ਮੰਗੇ। ਦਾਰਾ ਸ਼ਿਕੋ ਭਾਵੇਂ ਬਾਦਸ਼ਾਹ ਸ਼ਾਹਜਹਾਂ ਦਾ ਪੁੱਤਰ ਹੈ, ਭਾਵੇਂ ਸ਼ਾਹਜਹਾਂ ਨੇ ਉਹਨੂੰ ਆਪਣਾ ਤਖਤ ਵੀ ਦਿੱਤਾ, ਪਰ ਦਾਰਾ ਸ਼ਿਕੋ ਹੈ ਮਹਾ ਸਤਸੰਗੀ। ਇੱਕ ਸਤਸੰਗੀ ਹੁੰਦਾ ਤੇ ਸ਼ਬਦ ਨਾਲ ਮਹਾ ਸਤਸੰਗੀ ਲਿਖਿਆ। ਦੇਖੋ ਸਾਡੇ ਵਿੱਚ ਕਈ ਵਾਰੀ ਬੇਨਤੀ ਵੀ ਕੀਤੀ, ਸਾਨੂੰ ਭੁਲੇਖਾ ਵੀ ਪੈ ਜਾਂਦਾ, ਅਸੀਂ ਸਿੱਖ ਹਾਂ, ਅਸੀਂ ਸਤਸੰਗੀ ਹਾਂ। ਸਤ ਸੰਗਤ ਵੀ ਕਰੀ ਜਾਂਦੇ ਹਾਂ ਤੇ ਕੁਸੰਗਤ ਵੀ ਕਰੀ ਜਾਂਦੇ ਹਾਂ। ਕਿਉਂ ਵਿਆਹਾਂ ਵਿੱਚ ਪਾਰਟੀ ਸ਼ਾਰਟੀ ਹੋਵੇ, ਵਿਆਹ ਹੋਵੇ, ਫਿਰ ਉਹ ਕੀ ਹੁੰਦਾ, ਸੰਗਤ ਨਹੀਂ ਨਾ ਹੁੰਦੀ ਜੀ, ਸਤ ਦੀ ਸੰਗਤ ਨਹੀਂ ਹੁੰਦੀ। ਕੁਸੰਗਤ ਵੀ ਕਰੀ ਜਾਂਦੇ ਹਾਂ, ਆਪਣੇ ਆਪ ਨੂੰ ਸਿੱਖ ਵੀ ਕਹੀ ਜਾਂਦੇ ਹਾਂ। ਪਰ ਇਹ ਦਾਰਾ ਸ਼ਿਕੋ ਮਾੜੇ ਬੰਦਿਆਂ ਦੀ ਸੰਗਤ ਬਹੁਤੀ ਕਰਦਾ ਨਹੀਂ, ਮਹਾ ਸਤਸੰਗੀ ਹੈ ਤੇ ਪਰਮੇਸ਼ਰ ਦੇ ਚਰਨਾਂ ਦੇ ਅੰਦਰ ਬੜੀ ਪ੍ਰੀਤ ਹੈ। ਮੀਆਂ ਮੀਰ ਪੀਰ ਇੱਕ ਪੂਰੋ, ਆਤਮ ਗਿਆਨ ਲਹਿ ਮਨ ਰੂਰੋ।
ਸਾਈਂ ਮੀਆਂ ਮੀਰ ਬਾਰੇ ਸਾਰੇ ਜਾਣਦੇ ਨੇ ਕਿ ਇੱਕ ਵੱਡਾ ਪੀਰ ਹੈ ਜਿੰਦੇ ਕੋਲੋਂ ਦਾਰਾ ਸ਼ਕੂਰ ਨੇ ਆਤਮ ਦਾ ਗਿਆਨ ਲਿਆ। ਦਾਰਾ ਸ਼ਕੂਰ ਨੇ ਮੀਆਂ ਮੀਰ ਨੂੰ ਆਪਣਾ ਉਸਤਾਦ, ਆਪਣਾ ਪੀਰ, ਆਪਣਾ ਪੈਗੰਬਰ ਧਾਰਨ ਕੀਤਾ ਹੈ। ਤਿਸ ਕੋ ਖਾਤਮ ਦਾਰਸ਼ ਕੋ ਬ੍ਰਹਮ ਗਿਆਨ ਅਬਲਾਖੀ ਹੋ। ਦਾਰਸ਼ ਕੋ ਸਾਈਂ ਮੀਆਂ ਮੀਰ ਦਾ ਚੇਲਾ ਹੈ, ਸ਼ਾਗਿਰਦ ਹੈ। ਤੇ ਦਾਰਸ਼ ਕੋ ਦੇ ਅੰਦਰ ਹੁਣ ਇੱਕੋ ਹੀ ਆਸ ਹੈ, ਅਭਿਲਾਸ਼ਾ ਇੱਕੋ ਹੀ ਹੈ ਕਿ ਮੈਨੂੰ ਬ੍ਰਹਮ ਦਾ ਗਿਆਨ ਹੋ ਜੇ। करे पीर के पीर ने कृपा सुनायव, रूप आत्मा केर जनायव। इस दारा शको ते साईं मियाँ मीर ने बड़ी कृपा की। इनू आत्मा अपना निज जिहड़ा रूप है उनके बड़े बड़ा ज्ञान दिता। पातशाहत मह रेत फकीरे, मेहर पीर के मेरे पीरे। ਹੁਣ ਮੇਰੇ ਪੀਰੇ ਦਾ ਸਿਧਾਂਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਦਿੱਤਾ, ਪਰ ਇੱਥੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਮੇਰੇ ਪੀਰੇ ਦਾ ਸਿਧਾਂਤ ਬਾਬਾ ਸਾਈਂ ਮੀਆਂ ਮੀਰ ਨੇ ਦਾਰਾ ਸ਼ਕੂਰ ਨੂੰ ਵੀ ਦਿੱਤਾ, ਕਿਉਂਕਿ ਦਾਰਾ ਸ਼ਕੂਰ ਬਾਦਸ਼ਾਹ ਵੀ ਹੈ ਪਰ ਅੰਦਰ ਪੀਰ ਦੇ ਸ਼ਰਨ ਵਿੱਚ ਰਹਿਣ ਦੀ ਚਾਹਤ ਵੀ ਹੈ। ਅੰਦਰ ਪੀਰੀ ਹੈ, ਬਾਹਰੋਂ ਪਹਿਰਾਵਾ ਜਿਹੜਾ ਉਹ ਬਾਦਸ਼ਾਹ ਵਾਲਾ, ਲੜਾਈ ਵੀ ਕਰਦਾ ਹੈ पर छेती किता फिर हार के भज भी जाता है। करे विचारण निसदिन आत्म, मिल संतन खोजे परमात्म। दिन रात दारा शको अपने आत्मे की पहचान करता है कि मैं कौन हाँ। सत संगियां दे नाल मिल के परमेश्वर की खोज करता है कि वो साडे अंदर है तो कित्थे है। जह कहे उत्तम सुन कै संत, करे मेल चर्चा भगवंत। जिथे किते सुनता कि कोई संत है, कोई रब की गल करने वाला है, उन्हां दे विच मिल के दारा शको फिर चर्चा भी करता है। पित ने कह बहु बार सुनावा, बरियाई कर तख्त बिठावा। दारा शको नूं उनके पिता ने शाहजहान ने कहते पित ने कह बहु बार सुनावा। ये तो पिता ने मैनू बार बार कह कह के वड्या वड्या के तख्त ते बिठा दिता। मैं तो तख्त ते बैठना चाहता ही नहीं सा, मैनू तो राज की लोड़ ही नहीं सी। तो मेल संतन सो राखै, ब्रह्म ज्ञान निश्चय अभिलाखै। भावें तख्त पिता ने बिठा भी दिता पर संत जनां नाल जपण वाले नाल मेल फिर भी रखता। ब्रह्म ज्ञान का अंदर निश्चय फिर भी है कि तू ब्रह्म ज्ञान मिले। मियाँ मीर निकट एक दिन मैं, बैठे हो तो प्रेम बहु मन में। हुण ये लगन किवें लगी कवि संतोख सिंह जी दसदे ने कि एक दिन दारा शको साईं मियाँ मीर दे कोल बैठा होया सी ते बैठा बैठे दे मन दे विच आई, अपर संत केतक तह बैसे, चर्चा करे ज्ञान लह जैसे। तो होर संत पीर फकीर भी बैठे हुए सन, उन्होंने सब तो वड्डे सन साईं मियाँ मीर। चर्चा करते हैं तो वो चर्चा करते हैं जिंदे विच कुछ ज्ञान मिले। चर्चा बात वाली नहीं करते कि जिंदे चों विवाद पैदा होए। करे वार्ता कहूँ संत, श्री नानक सतगुरु भगवंत। हुण उत्थे वार्ता करदे करदे गल चल पई। उन्हां संतां दे विचों साईं मियाँ मीर ने गल चला दी कि धन गुरु नानक देव महाराज जी संसार के मालक सन। नारण उदाहरण करे हजार हो, गिनती करे न जाए सुमारो। कि जिन्हां ने संसार विच आके हजारां ही लखां दे आके पार उतारा किया, जिन्हां की गिनती नहीं की जा सकती। कृपा दृष्टि रूप दिखावें, जन्म मरण को कष्ट मिटावें। कि गुरु नानक देव महाराज जी आप परमेश्वर खुदा का रूप सन कि जिंदे ते कृपा करते सन उन्होंने अपना निज रूप दिखा देंगे सन। तो जिन्हों अपने निज रूप का पता लग जाए, स्वरूप का पता लग जाए मैं कौन हाँ, तो उन्हों का जन्म मरण अपने आप ही कटिया जाता है। पुन तिन ते गादे पर पाछे, गिणे कौन गुण जित के आछे। फिर उन्होंने तो बाद जिन्ने भी गुरता गद्दी उत्ते बैठे, दूजे पातशाह, तीजे चौथे पंजवें छेवें सतवें,
ਕਿ ਉਹਨਾਂ ਦੇ ਵੀ ਗੁਣ ਨਹੀਂ ਗਿਣੇ ਜਾ ਸਕਦੇ, ਕਿ ਉਹ ਗੁਰੂ ਨਾਨਕ ਸਾਹਿਬ ਜੀ ਆਪ ਹੀ ਨੇ, ਜੋਤ ਉਹਨਾਂ ਦੀ ਹੈ। ਅਬ ਸੋਹਤ ਸਤਿਗੁਰੂ ਹਰਿ ਰਾਏ, ਦੀਨ ਬੰਦ ਸਿੱਖ ਬੰਦ ਮਿਟਾਏ। ਤੇ ਸਾਈਂ ਮੀਆਂ ਮੀਰ ਜੀ ਉੱਥੇ ਇੱਕ ਦਿਨ ਕਹਿੰਦੇ ਸਨ ਕਿ ਦਾਰਾ ਸ਼ਕੋ ਉਹਨਾਂ ਦੀ ਥਾਂ ਤੇ ਗੁਰਤਾ ਗੱਦੀ ਤੇ ਹੁਣ 7ਵੇਂ ਗੁਰੂ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਬੈਠੇ ਨੇ, ਕਿ ਜਿਹੜੇ ਸਿੱਖਾਂ ਦੇ ਗਰੀਬਾਂ ਦੇ ਰਖਵਾਲੇ ਨੇ, ਸਿੱਖਾਂ ਦੇ ਬੰਧਨ ਕੱਟਣ ਵਾਲੇ ਨੇ। ਬ੍ਰਹਮ ਗਿਆਨ ਕੇ ਹੈ ਬੜਦਾਨੀ, ਬਿਰਤੀ ਸਮਾਨ ਲਾਭ ਅਰਹਾਨੀ। ਕਿ ਦਾਰਾ ਸ਼ਕੋ ਜੇ ਤੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ ਤੇ ਬ੍ਰਹਮ ਗਿਆਨ ਦੇ ਦਾਨੀ ਗੁਰੂ ਹਰਿ ਰਾਏ ਸਾਹਿਬ ਜੀ ਨੇ, ਜਿਨ੍ਹਾਂ ਦੇ ਬਿਰਤੀ ਕੇਵਲ ਇੱਕ ਸਮਾਨ ਟਿਕੀ ਰਹਿੰਦੀ, ਲਾਭ ਹਾਨੀ ਦੁੱਖ ਸੁੱਖ ਦਾ ਜਿਨ੍ਹਾਂ ਨੂੰ ਕੋਈ ਅਸਰ ਨਹੀਂ। ਮੀਆਂ ਮੇਰ ਤਬੇ ਸੁਣ ਕਹਿਓ, ਸੋ ਤੋ ਤਨ ਖੁਦਾਏ ਕੋ ਗਹਿਓ। ਇਹ ਗੱਲ ਜਦੋਂ ਕਿਸੇ ਸੰਤ ਨੇ ਚਲਾਈ ਕਿ 7ਵੇਂ ਪਾਤਸ਼ਾਹ ਵਿੱਚ ਗੁਣ ਨੇ, ਤੇ ਸਾਈਂ ਮੀਆਂ ਮੇਰ ਨੇ ਸੁਣ ਕੇ ਫਿਰ ਕਿਹਾ, ਕਹਿੰਦੇ ਹਾਂ ਉਹ ਤਾਂ ਖੁਦਾ ਦਾ ਹੀ ਰੂਪ ਨੇ, ਖੁਦਾ ਹੀ ਸਰੀਰ ਲੈ ਕੇ ਆਏ। ਕਿਉਂਕਿ ਸਾਈਂ ਮੀਆਂ ਮੀਰ ਕਹਿੰਦੇ ਮੈਂ ਤਾਂ ਉਹਨਾਂ ਨੂੰ ਮਿਲਿਆ, 7ਵੇਂ ਪਾਤਸ਼ਾਹ ਦੇ ਦਾਦਾ ਸਨ, 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੈਂ ਦਰਸ਼ਨ ਕੀਤੇ ਨੇ, ਉਹ ਤਾਂ ਖੁਦ ਹੀ ਖੁਦਾ ਨੇ। ਕਰਬੇ ਲੋਕਣ ਕੀ ਕਲਿਆਣ, ਧਰ ਸਰੂਪ ਪੇ ਬਿਦਤ ਜਹਾਨ। ਉਹ ਤੇ ਆਪ ਹੀ ਖੁਦਾ ਨੇ, ਲੋਕਾਂ ਦਾ ਕਲਿਆਣ ਕਰਨ ਵਾਸਤੇ ਇੱਕ ਸਰੀਰ ਧਾਰਨ ਕਰਕੇ ਗੁਰੂ ਸਾਹਿਬ ਦੇ ਰੂਪ ਵਿੱਚ ਜਹਾਨ ਦੇ ਵਿੱਚ ਆਏ। ਸ੍ਰੀ ਹਰਗੋਬਿੰਦ ਤਿਨਹੂ ਪੀਤਾਮਾ, ਅਯੁੱਧ ਧਾਰ ਕੀਨੇ ਸੰਗਰਾਮਾ। ਇਹ ਸਾਈਂ ਮੀਆਂ ਮੀਰ ਜੀ ਕਹਿ ਰਹੇ ਨੇ, ਕਹਿੰਦੇ ਮੈਂ ਉਹਨਾਂ ਦੇ ਦਰਸ਼ਨ ਕੀਤੇ ਨੇ। ਇਹਨਾਂ ਦੇ ਪਿਤਾਮਾ ਗੁਰੂ ਹਰਿ ਰਾਏ ਸਾਹਿਬ ਜੀ ਦੇ ਦਾਦਾ ਸਨ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਨੇ ਮੇਰੀ ਪੀਰੀ ਦੀਆਂ ਕਿਰਪਾਨਾਂ ਪਾ ਕੇ ਸ਼ਸਤਰ ਧਾਰਨ ਕਰਕੇ ਬੜੇ ਵੱਡੇ ਵੱਡੇ ਸੰਗਰਾਮ ਕੀਤੇ। ਮੁਲਾਕਾਤ ਤਿਨ ਸਾਥ ਹਮਾਰੇ ਭਏ ਹੁਤੇ, ਸੁਖ ਕਰਨੇ ਹਾਰੇ। ਉਹਨਾਂ ਨਾਲ ਸਾਡੀ ਮੁਲਾਕਾਤ ਹੋਈ ਔਰ ਬੜੀ ਸੁੱਖਾਂ ਵਾਲੀ ਮੁਲਾਕਾਤ ਸੀ, ਜਿਹੜੀ ਹੋਣੀ ਚਾਹੀਦੀ ਸੀ। ਔਰ ਇਕੱਲੀ ਮੁਲਾਕਾਤ ਇੱਥੇ ਨਹੀਂ ਕਿ ਉਹਨਾਂ ਨੂੰ ਤੇ ਜਦੋਂ ਦਰਗਾਹ ਦੇ ਵਿੱਚ ਵੀ ਜਾ ਕੇ ਦਰਸ਼ਨ ਕਰੀਦੇ ਸਨ ਕਿ ਕਿਤੇ ਖੁਦਾ ਦੇ ਦਰਸ਼ਨ ਕਰੀਏ। ਸਾਨੂੰ ਤਾਂ ਉੱਥੇ ਦਰਗਾਹ ਦੇ ਵਿੱਚ ਵੀ ਗੁਰੂ ਹਰਗੋਬਿੰਦ ਸਾਹਿਬ ਵੀ ਬੈਠੇ ਹੋਏ ਨਜ਼ਰ ਆਉਂਦੇ ਸਨ। ਬੰਦੇ ਸ਼ਰਾ ਤੁਰਕ ਮਤਮੰਦ, ਤਰਕਣ ਕੀਨੋ ਸ਼ੋਰ ਬਿਲੰਦ। ਤੇ ਉਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਮੈਂ ਖੁਦਾ ਜਾਣ ਕੇ ਉਹਨਾਂ ਦੇ ਚਰਨਾਂ 'ਚ ਸਜਦਾ ਕੀਤਾ, ਮੱਥਾ ਟੇਕਿਆ, ਤੇ ਜਿਨ੍ਹਾਂ ਦੇ ਗਲ ਵਿੱਚ ਸ਼ਰਾ ਦੀ ਰੱਸੀ ਪਈ ਹੋਈ, ਫਾਈ ਪਈ ਹੋਈ ਹੈ, ਉਹਨਾਂ ਤੁਰਕਾਂ ਨੇ ਬੜਾ ਰੌਲਾ ਪਾਇਆ ਸੀ ਉਦੋਂ ਕਿ ਇੱਕ ਤੁਰਕ ਹੋ ਕੇ ਕਿ ਹਿੰਦੂ ਜਾਂ ਸਿੱਖ ਗੁਰੂ ਦੇ ਚਰਨਾਂ ਵਿੱਚ ਤੂੰ ਝੁਕ ਗਿਆ, ਅਸੀਂ ਤੁਹਾਨੂੰ ਆਪਣਾ ਪੀਰ ਮੰਨਣੇ ਆ, ਤੁਸੀਂ ਸਾਡੇ ਮੁਸਲਮਾਨਾਂ ਦੀ ਦਸਤਾਰ ਜਿਹੜੀ ਉਹ ਝੁਕਾ ਦਿੱਤੀ ਹੈ। ਇਹ ਰੌਲਾ ਉਹਨਾਂ ਲੋਕਾਂ ਪਾਇਆ ਸੀ। ਪਾਕ ਅੱਲਾ ਕੇ ਮੂਰਤ ਹੈ, ਜਿਨਕੇ ਗੁਣ ਕੋ ਪਾਰ ਨ ਲਹੈ। ਪਰ ਸਾਈਂ ਮੀਆਂ ਮੀਰ ਕਹਿੰਦੇ ਉਹਨਾਂ ਮੂਰਖਾਂ ਨੂੰ ਕੀ ਪਤਾ ਸੀ ਕਿ ਇਹ ਤੇ ਆਪ ਹੀ ਅੱਲਾ ਕੀ ਪਾਕ ਅੱਲਾ ਕੀ ਮੂਰਤ ਹੈ, ਅੱਲਾ ਪਾਕ ਦੀ ਮੂਰਤ ਨੇ, ਕਿ ਜਿਨ੍ਹਾਂ ਦਾ ਗੁਣਾਂ ਦਾ ਪਾਰਾਵਾਰ ਹੀ ਨਹੀਂ ਪਾਇਆ ਜਾ ਸਕਦਾ। ਦਰਸ਼ਨ ਉਚਿਤ ਸਦਾ ਤਿਨ ਕੇਰਾ, ਸਿਮਰੇ ਨਾਮ ਆਨੰਦ ਬਡੇਰਾ। ਉਹਨਾਂ ਦਾ ਤਾਂ ਦਰਸ਼ਨ ਹੀ ਬੜਾ ਉਚਿਤ ਹੈ, ਉਹਨਾਂ ਦਾ ਤਾਂ ਸਦਾ ਹੀ ਨਾਮ ਸਿਮਰਨਾ ਚਾਹੀਦਾ, ਜਪਣਾ ਚਾਹੀਦਾ ਹੈ। ਸੁਣਿਓ ਸੋ ਜਸ ਅਸ ਦਾਰਸ਼ ਕੋ, ਚਿਤਵਤ ਕਿਮ ਦਰਸ਼ਨ ਤਿਨ ਹੋ। ਇਹ ਦਾਰਾ ਸ਼ਕੋ ਨੇ ਪਹਿਲੋਂ ਸਾਈਂ ਮੀਆਂ ਮੀਰ ਤੋਂ ਸਤਿਗੁਰੂ 7ਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਦਾ ਜਸ ਸੁਣਿਆ ਹੋਇਆ ਸੀ। ਉਹਦੇ ਚਾਹੁੰਦਾ ਸੀ ਕਿ ਕਿਵੇਂ ਗੁਰੂ ਸਾਹਿਬ ਦੇ ਦਰਸ਼ਨ ਹੋਣ। ਪਾਤਸ਼ਾਹਤ ਕੇ ਕਾਜ ਵਡੇਰੇ, ਪੁੰਨ ਦੁਸ਼ਮਣ ਹੋਏ ਰਹੇ ਕਨੇਰੇ। ਪਰ ਕਿਉਂਕਿ ਦਾਰਾ ਸ਼ਕੋ ਬਾਦਸ਼ਾਹ ਦੇ ਤਖਤ 'ਤੇ ਬੈਠਾ ਹੋਇਆ ਸੀ ਔਰ ਬਾਦਸ਼ਾਹ ਦੇ ਬੜੇ ਕੰਮ ਹੁੰਦੇ ਨੇ, ਬੜੇ ਝੰਜੇਲੇ ਹੁੰਦੇ ਨੇ। ਫਿਰ ਉਤੋਂ ਦੁਸ਼ਮਣ 4 ਸਪੇਰੇ ਸਨ, ਇੱਥੋਂ ਤੱਕ ਕਿ ਸਕੇ ਭਰਾ ਵੀ ਦੁਸ਼ਮਣ ਬਣੇ ਹੋਏ ਸਨ। ਯਾ ਤੇ ਅਸਵਰ ਮਿਲਣਾ ਅਵਸਰ ਮਿਲ ਨਾ ਪਇਓ, ਹਿਰਦੇ ਪ੍ਰੇਮ ਦੇਣ ਪ੍ਰਤ ਬਿਰਦਿਓ। ਇਸ ਕਰਕੇ ਦਾਰਾ ਸ਼ਕੋ ਸੋਚਦਾ ਕਿ ਮਿਲਣ ਦਾ ਮੈਨੂੰ ਸਮਾਂ ਨਹੀਂ ਸੀ ਮਿਲਿਆ, ਪਰ ਦਿਨ ਪ੍ਰਤੀ ਦਿਨ ਉਹ ਗੁਰੂ ਹਰਿ ਰਾਏ ਸਾਹਿਬ ਨੂੰ ਮਿਲਣ ਦਾ ਪ੍ਰੇਮ ਅੰਦਰ ਰੋਜ਼ ਜਾਗਦਾ ਸੀ, ਹੋਰ ਵੱਧਦਾ ਸੀ। ਹੁਣ ਉਹ ਦਾਰਾ ਸ਼ਕੋ ਜਿਹੜਾ ਇਸ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਆਇਆ, ਹੁਣ ਇਹਨੂੰ ਪਤਾ ਲੱਗਿਆ ਕਿ ਉਹ ਗੁਰੂ ਸਾਹਿਬ ਜੀ ਤੇ ਇੱਥੇ ਨੇ।
इतों फिर दारा शिकोह ने एक खत लिखिया, सोग खत लिखिया प्रेम विच आके। खत मैं लिखकार प्रेम पठाएव, मिलन शोकनामा उपजाएव। प्रेम दे नाल खत लिखिया ते प्रेम दे विच लिखिया ये शोकनामा है, क्योंकि मेरे पिता ने भी सुनिया इस घर दे नाल बड़ियां जंगां लड़ियां, बड़े बंदे भेजे, ये उनका भी शोकनामा है। आप जी दे अज तो पहलों दर्शन करन दा समय ही नहीं मिलिया, इस करके भी शोकनामा है। और प्रेम दे विच शोकनामा लिख के भेजा गुरु साहिब जी दे कोल। श्री हर राय निकट पहुँचायो, कासत गयो बंदगे गायो। कासत नूं ये जिहड़ा शोकनामा लिख के दारा शिकोह ने गुरु साहिब दे कोल भेजा और गुरु साहिब जी कोल गया। सब तो पहलों जाके कासत गयो बंदगी गायो। बंदगी गायो तो भाव गुरु साहिब के चरणों च झुक के ने सलाम की, मत्था टेकिया। श्री गुर सुनत भये खुलवाए, प्रेम शोकनामा जो पढ़ाए। गुरु साहिब जी ने जदों इन्हें कहा कि ये दारा शिकोह ने आप जी वास्ते चिट्ठी भेजी, खत भेजे, शोकनामा है। जो गुरु साहब ने लिखे सुनिया कि शोकनामा, सतगुरु कहते भाई फिर उन्होंने खोल ते पढ़। गुरु साहब ने उस वेले पढ़ाया, क्योंकि जिहड़ा दारा शिकोह है ये भी कवि है। ये आप जी ने प्रसंग बड़ी बार सुनिया। दारा शिकोह ये जिहड़ा भाई नंद लाल का चेला भी है, भाई नंद लाल का शगिरद भी रहा। ये भाई नंद लाल तो सिखदा भी हुंदा सी ते कवि होण करके कविता लिखदा भी सी। इन्हें शोकनामा लिखिया एक बैंत दे विच, कविता दे विच, तो बैंत कवि संतोख सिंह जी ने इत्थे दर्ज किया है। वलायत वले अहल आरफ कला कमाल, जिन्हों को मिले रब पहिए जबाल। हुणे बैंत लिखदा दारा शिकोह। वलायत वली, वलायत कहते ने देश विदेश। तुसीं देशां विदेशां दे वली मालक हो। अहल आरफ कमाल, तुसीं देन दुनिया दे विच ज्ञानवान हो, बहुत ही श्रेष्ठ हो। कालम कहते, कमाल कहते ने जिहड़े ज्ञानवान होण, पूर्ण ज्ञान वाले होण। जिन्हों के मिले रब पहिए जमाल, जमाल दे अर्थ हुंदे ने दर्शन। तुसीं ਉਹ हो जिन्हां नूं मिल के रब दे ही दर्शन हो जाते हैं, रब नूं ही मिल पैदा है, क्योंकि तुसीं रब ही हो, तुसीं खुदा ही हो। आरफ फकर रब की पाक जात, जिन्हों के मेहर संग हुई है निजात। कहते तुसीं आत्म ज्ञानी हो। आफर फकर रब की पाक जात, तुसीं आप ही खुदा का पवित्र स्वरूप हो। कि जिन्हों के मेहर संग हुई है निजात, निजात का अर्थ हुंदा मुक्ति। जिन्हां दे किरपा नाल विकारां तो भी मुक्ति मिल जाती, जन्म मरण तो भी मुक्त हो जाता है। कादर भिखण एक सकल धर्मिया, जिन्हों पै मेहर तुम तिनों एह लिया। जिन्हां उत्ते तुहाडी मेहर हो जाए। कादर भिखण एक सकल धर्मिया, और कहते जिन्हों पै मेहर तुम तीनों एह लिया। जिन्हां उत्ते तुहाडी मेहर हो जाए, उन्होंने सारियां दे विच एक सर्वव्यापी शक्तिमान परमेश्वर खुदा नूं वेख लिया। मिलो आपके संग अल्लाह करम, हासिल मुरादें मिटावो भरम। मैं तुहानू मिलांगा। मिलो आपको संग अल्लाह करम, ये मेरे उत्ते अल्लाह का कर्म होवेगा, उनकी कृपा होवेगी। जदों मैं आप जी नूं मिलांगा, तुहाडे दर्शन करांगा। हासिल मुरादें मिटावो भरम, तुहानू मिल के अपने मन की मुराद पूरी करांगा। अपने अंदर दे सारे भरम मिटा लवांगा जदों तुहानू मिलांगा। मिलन शोक मोको बिलोको दर्श, लगो आन करद मन हुवै दिल हर्ष। मैनू बहुत चाह है, शौक
ਮਿਲਣ ਸ਼ੌਂਕ ਮੋਕੋ ਬਿਲੋਕੋਂ ਦਰਸ। ਸਤਿਗੁਰ ਜੀ ਤੁਹਾਡੇ ਦਰਸ਼ਨ ਕਰਨ ਦਾ ਮੈਨੂੰ ਬੜਾ ਹੀ ਸ਼ੌਂਕ ਹੈ, ਬੜਾ ਹੀ ਚਾਅ ਹੈ। ਲੱਗੋ ਆਣ ਕਰਦਮਨ ਹੋਵੇ ਦਿਲ ਹਰਸ਼। ਮੈਂ ਆ ਕੇ ਆਪ ਜੀ ਦੇ ਚਰਨੀ ਲੱਗਾ ਤੇ ਮੇਰਾ ਹਿਰਦਾ ਜਿਹੜਾ ਉਹ ਆਨੰਦਮਈ ਹੋ ਜਾਏ, ਆਨੰਦ ਨਾਲ ਭਰ ਜਾਏ। ਨਾ ਅਵਸਰ ਮਿਲੈ ਪਾਤਸ਼ਾਹਤ ਜੰਜਾਲ, ਨਾ ਅਵਸਰ ਮਿਲੈ ਪਾਤਸ਼ਾਹਤ ਜੰਜਾਲ। ਕਿਉਂਕਿ ਇਸ ਤੋਂ ਪਹਿਲਾਂ ਮੈਨੂੰ ਅਵਸਰ ਹੀ ਨਹੀਂ ਮਿਲਿਆ, ਸਮਾਂ ਹੀ ਨਹੀਂ ਮਿਲਿਆ। ਇਹ ਬਸ ਬਾਦਸ਼ਾਹੀ ਦੇ ਜੰਜਾਲ ਪਿਆ ਰਿਹਾ ਕਿ ਇਸ ਬਾਦਸ਼ਾਹੀ ਨੂੰ ਸੰਭਾਲਣਾ, ਇਸ ਤਖਤ ਨੂੰ ਸੰਭਾਲਣਾ। ਸੋ ਮਾਹੇ ਮਨੰਦੇ ਫਸੇ ਮਿਆਨ ਜਾਲ। ਬਸ ਉਸ ਬਾਦਸ਼ਾਹ ਦੇ ਬਾਦਸ਼ਾਹੀ ਦੇ ਵਿੱਚ ਇਸ ਤਰ੍ਹਾਂ ਫਸ ਗਿਆ ਜਿਵੇਂ ਮੱਛੀ ਜਾਲ ਵਿੱਚ ਫਸਦੀ। ਮੱਛੀ ਜਾਲ 'ਚ ਫਸ ਜੇ, ਬੜਾ ਯਤਨ ਕਰਦੇ ਛੁੱਟਣ ਦਾ, ਛੁੱਟਿਆ ਹੀ ਨਹੀਂ ਜਾਂਦਾ। ਉਰੇ ਜਿਹੜੇ ਤਖਤ ਨੇ, ਬਾਦਸ਼ਾਹੀ ਨੇ, ਬਿਲਕੁਲ ਮੱਛੀ ਦੇ ਜਾਲ ਤਰ ਹੀ ਨੇ। ਜਿਹੜਾ ਫਸ ਜੇ, ਛੁੱਟਣਾ ਵੀ ਚਾਹਵੇ ਉਹਦੇ ਵਿੱਚ ਛੁੱਟ ਹੀ ਨਹੀਂ ਸਕਦਾ। ਮੁਰਸ਼ਦ ਮੀਆਂ ਮੀਰ ਮੋਕੋ ਕਹਾ, ਸੁਨਿੰਦਮ ਸਿਫਤ ਵੱਡ ਸੋ ਦੇਦਨ ਚਾਹਾ। ਹੁਣ ਇਹ ਦਾਰਾ ਸ਼ਿਕੋ ਅੱਗੇ ਲਿਖ ਰਿਹਾ ਤੇ ਗੁਰੂ ਸਾਹਿਬ ਜੀ ਇਸ ਚਿੱਠੀ ਨੂੰ ਪੜ੍ਹਾ ਰਹੇ ਨੇ ਕਿ ਸਤਿਗੁਰੂ ਜੀ ਮੇਰੇ ਮੁਰਸ਼ਦ ਨੇ ਸਾਈਂ ਮੀਆਂ ਮੀਰ, ਤੇ ਸਾਈਂ ਮੀਆਂ ਮੀਰ ਨੇ ਮੈਨੂੰ ਕਿਹਾ ਸੀ, ਤੁਹਾਡੀ ਸਿਫਤ ਉਹਨਾਂ ਨੇ ਸੁਣਾਈ ਸੀ, ਜਿਨ੍ਹਾਂ ਨੂੰ ਸੁਣ ਕੇ ਦੀਦਨ ਚਾਹ, ਤੁਹਾਡੇ ਦਰਸ਼ਨਾਂ ਦੀ ਬੜੀ ਚਾਹਤ ਅੰਦਰ ਪੈਦਾ ਹੋਈ। ਸ਼ਬੋ ਰੋਜ਼ ਦੀਦਾਰ ਕੋ ਸ਼ੌਕ ਹੈ, ਜੋ ਤਾਲਬ ਫਕਰ ਕਾ ਤਿਸੇ ਸ਼ੋ ਜੋਕ ਹੈ। ਕਹਿੰਦੇ ਆਪ ਜੀ ਦਾ ਦਿਨ ਰਾਤ ਦਰਸ਼ਨਾਂ ਦਾ ਅੰਦਰ ਚਾਹ ਹੈ। ਜੋ ਫਕਰ ਦਾ ਹੁੰਦਾ ਦਰਵੇਸ਼ੀ, ਜਿਹੜਾ ਦਰਵੇਸ਼ੀ ਦਾ ਚਾਹਵਾਨ ਹੈ ਉਹਨੂੰ ਆਪ ਦੇ ਦਰਸ਼ਨਾਂ ਦਾ ਬੜਾ ਹੀ ਆਨੰਦ ਪਤਾ ਲੱਗਦਾ ਹੈ। ਆਪ ਜੀ ਨੂੰ ਮਿਲ ਕੇ ਬੜਾ ਹੀ ਆਨੰਦ ਹੁੰਦਾ ਹੈ। ਮਿਹਰ ਕੇ ਨਜ਼ਰ ਆਪ ਰੱਖੋ ਕਮਾਲ, ਕੇ ਖਾਹਸ ਪਏ ਮੋਹਿ ਦਰਸ਼ਨ ਜਮਾਲ। ਹੈ ਪੂਰਨ ਗਿਆਨਵਾਨ ਸਤਿਗੁਰੂ ਜੀ, ਆਪ ਮੇਰੇ ਉੱਤੇ ਮਿਹਰ ਦੀ ਨਜ਼ਰ ਰੱਖੋ। ਮਿਹਰ ਕੀ ਨਜ਼ਰ ਆਪ ਰੱਖੋ ਕਮਾਲ, ਕਿਉਂਕਿ ਤੁਸੀਂ ਪੂਰਨ ਹੋ ਨਾ, ਪੂਰਨ ਗਿਆਨਵਾਨ ਹੋ, ਤੇ ਮੇਰੇ ਤੇ ਮਿਹਰ ਦੀ ਨਜ਼ਰ ਰੱਖਿਓ। ਕਿ ਖਾਹਸ ਭਏ ਮੋਹਿ ਦਰਸ਼ਨ ਜਮਾਲ, ਮੈਨੂੰ ਆਪ ਜੀ ਦੇ ਸੋਹਣੇ ਦਰਸ਼ਨਾਂ ਦੀ ਖਾਹਸ ਇੱਛਾ ਪੈਦਾ ਹੋਈ ਹੈ, ਤੇ ਮੇਰੀ ਇਹ ਇੱਛਾ ਪੂਰੀ ਕਰੋ। ਕਿਉਂਕਿ ਤੁਸੀਂ ਸਾਰਿਆਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਹੋ ਜੋ ਤੁਹਾਡੇ ਤੋਂ ਕੋਈ ਮੰਗਦਾ ਹੈ। ਤੁਸੀਂ ਇੱਛਾ ਪੂਰਕ ਵੀ ਹੋ। ਪਦਰ ਬਾਦਸ਼ਾਹੀ ਦਈ ਬਹੁ ਕਹੀ, ਦਿਲੇ ਮੋ ਫਜ਼ੀਹਤ ਕੇ ਖਾਹਸ਼ ਨਹੀਂ। ਪਦਰ ਕਹਿੰਦੇ ਨੇ ਪਿਤਾ। ਪਦਰ ਬਾਦਸ਼ਾਹੀ ਦਈ ਬਹੁ ਕਹੀ, ਇਹ ਤੇ ਮੇਰੇ ਪਿਤਾ ਨੇ ਧੱਕੇ ਦੇ ਨਾਲ ਕਹਿ ਕੇ ਮੈਨੂੰ ਬਾਦਸ਼ਾਹ ਵਾਲਾ ਤਖਤ ਦੇ ਦਿੱਤਾ। ਦਿਲੋਂ ਮੋ ਫਜ਼ੀਹਤ ਕੇ ਖਾਸ ਨਹੀਂ। ਫਜ਼ੀਹਤ ਦਾ ਅਰਥ ਹੁੰਦਾ ਖੁਆਰੀ, ਪਰ ਮੇਰੇ ਦਿਲ ਵਿੱਚ ਖੁਆਰੀ ਦੀ ਇੱਛਾ ਬਿਲਕੁਲ ਨਹੀਂ ਸੀ, ਕਿਉਂਕਿ ਇਹ ਜਿਹੜਾ ਕਾਰਜ ਹੈ ਨਾ ਖੁਆਰੀ ਵਾਲੀ ਹੈ। ਰਾਜ ਭਾਗ ਰਾਜਨੀਤੀ ਇਹ ਖੁਆਰੀ ਹੈ। ਇਹ ਖੁਆਰੀ ਵਾਲੀ ਮੇਰੀ ਖਾਸ ਨਹੀਂ ਸੀ ਕਿ ਮੈਂ ਕਿਸੇ ਤਖਤ ਦੇ ਉੱਤੇ ਬਵਾਂ। ਕਿ ਲਾਚਾਰ ਹੋ ਕਰ ਸੋ ਕਿੰਨੀ ਕਬੂਲ, ਪਦਰ ਕੋ ਹੁਕਮ ਮੈਂ ਨਾ ਕਰ ਸਕ ਅਦੂਲ। ਇਹ ਇੱਥੇ ਦਾਰਾ ਸ਼ਿਕੋ ਲਿਖਦਾ, ਸਤਿਗੁਰੂ ਜੀ ਮੈਂ ਤਾਂ ਲਾਚਾਰ ਹੋ ਕੇ ਬਾਦਸ਼ਾਹੀ ਦਾ ਤਖਤ ਲਿਆ, ਕਿਉਂਕਿ ਆਪਣੇ ਪਿਤਾ ਆਪਣੇ ਪਿਓ ਦਾ ਹੁਕਮ ਮੈਂ ਮੋੜ ਨਹੀਂ ਸਕਦਾ। ਕਰੋ ਮਿਹਰ ਸਾਹਿਬ ਮਦਦ ਆਪੇ ਹੋ, ਕਿ ਦੋਜਕ ਅਗਨ ਸੇ ਮੁਝੇ ਰਾਖ ਲੇਹੂ। ਇੱਥੇ ਦਾਰਾ ਸ਼ਿਕੋ ਅਖੀਰ ਤੇ ਲਿਖਦਾ, ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਮੇਰੀ ਮਦਦ ਕਰੋ। ਤੇ ਮਦਦ ਕੀ ਕਰੋ ਜੀ? ਕਿ ਤਖਤ ਮਿਲ ਜੇ। ਮਦਦ ਕੀ ਕਰੋ ਕਿ ਸੈਨਾ ਪਿੱਛੇ ਪਈ ਫੜਿਆ ਨਾ ਜਾਵਾਂ। ਨਹੀਂ, ਮਦਦ ਇਹ ਮੰਗੇ ਕਿ ਕਿਰਪਾ ਕਰੋ ਮੈਨੂੰ ਦੋਜਕ ਦੀ ਅੱਗ ਤੋਂ ਬਚਾ ਲਿਓ। ਮੇਰੇ ਤੇ ਮਿਹਰ ਕਰੋ, ਮੇਰੀ ਮਦਦ ਕਰੋ ਕਿ ਦੋਜ਼ਕ ਅਗਨ ਸੇ ਮੁਝੇ ਰਾਖ ਲਿਓ, ਇਸ ਨਰਕ ਦੀ ਅੱਗ ਤੋਂ ਬਚਾ ਲਿਓ। ਸਿਰੇ ਸਤਿਗੁਰ ਹਰ ਰਾਏ ਜੇ ਸੁਣ ਕਰ ਭਏ ਕਿਰਪਾਲ, ਤਿਸ ਆਸੇ ਕੋ ਜਾਣਕਾਰ ਸੰਤਨ ਪ੍ਰੇਮ ਵਿਸਾਲ।
ਧੰਨ ਗੁਰੂ ਹਰ ਰਾਏ ਸਾਹਿਬ ਜੀ ਇਸ ਸ਼ੋਕਨਾਮੇ ਨੂੰ ਪੜ੍ਹ ਕੇ ਸੁਣ ਕੇ ਬੜੇ ਪ੍ਰਸੰਨ ਹੋਏ, ਬੜੇ ਕਿਰਪਾ ਦੇ ਘਰ ਵਿੱਚ ਆਏ। ਔਰ ਦਾਰਾ ਸ਼ਕੋਹ ਦੇ ਆਸ਼ੇ ਨੂੰ ਜਾਣ ਗਏ ਕਿ ਅੰਦਰ ਇਹਦੇ ਫਕੀਰੀ ਹੈ, ਸੱਚਮੁੱਚ ਇਹਦੇ ਅੰਦਰ ਪ੍ਰੇਮ ਹੈ ਜਿਹਨੂੰ ਸੰਤ ਕਿਹਾ ਜਾ ਸਕਦਾ। ਇਹ ਸੰਤ ਵਾਲੇ ਗੁਣ ਇਹਦੇ ਅੰਦਰ ਨੇ। ਪਰਮੇਸ਼ਰ ਪ੍ਰਾਪਤ ਬਿਖੈ ਦਿਲ ਮੋਹ ਸ਼ੌਂਕ ਬਿਲੰਦ। ਗੁਰੂ ਸਾਹਿਬ ਜੀ ਇਹ ਗੱਲ ਸਮਝ ਗਏ ਕਿ ਇਹ ਜਿਹੜਾ ਹੈ ਇਹਦੇ ਅੰਦਰ ਪਰਮਾਤਮਾ ਦੀ ਪ੍ਰਾਪਤੀ ਦੀ ਪ੍ਰਬਲ ਇੱਛਾ ਹੈ, ਬੜੀ ਵੱਡੀ ਇੱਛਾ ਹੈ। ਪਰਮੇਸ਼ਰ ਪ੍ਰਾਪਤ ਬਿਖੈ ਦਿਲ ਮੋਹ ਸ਼ੌਂਕ ਬੁਲੰਦ। ਇਹ ਦਿਲ ਦੇ ਵਿੱਚ ਬੜਾ ਵੱਡਾ ਸ਼ੌਂਕ ਹੈ ਇਹਨੂੰ ਮਿਲਣ ਦਾ। ਤਬ ਲਿਖਵਾਏ ਜਵਾਬ ਦਿਐ ਕਹਿ ਕਰ ਬਾਕ ਮਨੰਦ। ਉਦੋਂ ਸਤਿਗੁਰੂ ਜੀ ਨੇ ਸਿੱਖ ਨੂੰ ਆਵਾਜ਼ ਮਾਰੀ, ਕਹਿੰਦੇ ਲਿਆਓ ਕਾਗਜ਼ ਤੇ ਕਲਮ। ਇਹ ਦਾਰਾ ਸ਼ਕੋਹ ਨੇ ਜਿਹੜੀ ਚਿੱਠੀ ਲਿਖੀ ਹੈ, ਇਹ ਚਿੱਠੀ ਦਾ ਜਵਾਬ ਲਿਖ ਕੇ ਭੇਜੀ ਹੈ। ਗੁਰੂ ਸਾਹਿਬ ਜੀ ਨੇ ਕਿਰਪਾ ਦੇ ਘਰ ਵਿੱਚ ਆਏ ਤੇ ਫਿਰ ਢੁਕਵਾਂ ਜਵਾਬ ਲਿਖਿਆ, ਉਸੇ ਤਰ੍ਹਾਂ ਦਾ ਬੈਂਤ ਬਣਾ ਕੇ ਲਿਖਿਆ। ਬੈਂਤ ਤੁਮ ਪਰ ਫਜ਼ਲ ਰੱਬ ਕਾਦਰ ਭਇਆ ਕਿ ਮੁਰਸ਼ਿਦ ਜੋ ਆਰਫ ਕਰੀ ਹੈ ਦਇਆ। ਸਤਿਗੁਰੂ ਜੀ ਉਸੇ ਤਰ੍ਹਾਂ ਦਾ ਜਵਾਬ ਲਿਖਦੇ ਨੇ ਕਿ ਦਾਰਾ ਸ਼ਕੋਹ ਤੇਰੇ ਉੱਤੇ ਰੱਬ ਦੀ, ਉਸ ਅੱਲਾ ਦੀ ਬੜੀ ਮਿਹਰ ਹੋਈ ਹੈ ਕਿ ਤੈਨੂੰ ਬ੍ਰਹਮ ਗਿਆਨੀ ਰੂਪ ਜਿਹੜਾ ਸਾਈਂ ਮੀਆਂ ਮੀਰ ਮਿਲਿਆ ਹੈ, ਗੁਰੂ ਨੇ ਆਪ ਤੇਰੇ ਤੇ ਦਇਆ ਕੀਤੀ ਹੈ। ਬੜੇ ਬਾਦਸ਼ਾਹੀ ਲਈ ਕੇ ਨਾ ਸ਼ੌਂਕ ਲਖਿਓ ਆਪ ਮੈਂ ਆਪਣਾ ਆਪਾ ਸੁਜੋਗ। ਕਹਿੰਦੇ ਬੜੇ ਬਾਦਸ਼ਾਹੀ ਲਈ ਕੀ ਨਾ ਸ਼ੌਂਕ, ਕਿ ਤੂੰ ਐਡੇ ਵੱਡੇ ਬਾਦਸ਼ਾਹ ਲਈ ਮਨ ਦੇ ਵਿੱਚ ਦੂਜੇ ਤਖਤ ਜਿਹੜੀ ਦੁਨਿਆਵੀ ਬਾਦਸ਼ਾਹੀ ਦਾ ਸ਼ੌਂਕ ਹੀ ਨਹੀਂ। ਕਿਉਂਕਿ ਇਹ ਜਿਹੜੀ ਬਾਦਸ਼ਾਹੀ ਹੈ, ਜਿਹੜੇ ਬਾਦਸ਼ਾਹ ਰਾਜਾ ਕਿਸੇ ਦੇਸ਼ ਦਾ ਬਣ ਜਾਣਾ, ਇਹਨੂੰ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਤੇ 4 ਦਿਨ ਦੀ ਖੇਡ ਹੈ। ਇਹ ਭੂਪਤ ਸਭ ਦਿਵਸ ਚਾਰ ਕੇ ਕਰਤੇ ਝੂਠ ਨਹੀਂ ਵਾਜਾ। ਪਰ ਦਾਰਾ ਸ਼ਕੋਹ ਤੂੰ ਸੱਚਮੁੱਚ ਹੀ ਬਾਦਸ਼ਾਹੀ ਲਈ ਹੈ, ਤੇ ਉਹ ਬਾਦਸ਼ਾਹੀ ਲਈ ਜਿਹੜੀ ਸਦੀਵੀ ਰਹਿਣ ਵਾਲੀ ਹੈ। ਕਿਉਂਕਿ ਆਪਣੇ ਆਪ ਨਿਜ ਸਰੂਪ ਦਾ ਤੂੰ ਆਨੰਦ ਜਿਹੜਾ ਉਹ ਜਾਣ ਲਿਆ ਕਿ ਕਿੰਨਾ ਕੁ ਆਨੰਦ ਹੈ। ਘੱਟੋ ਘੱਟ ਸ਼ੌਂਕ ਤੇ ਪੈਦਾ ਹੋ ਗਿਆ ਨਾ। ਤੁਮੈ ਖੌਫ ਦੋਜਕ ਨਹੀਂ ਜਾਣ ਲਿਓ ਕਿ ਪੀਰਾ ਫਕੀਰਾ ਸੋ ਲਾਗਿਓ ਸੁਨੇਹੋ। ਸਤਿਗੁਰੂ ਜੀ ਨੇ ਸਭ ਤੋਂ ਪਹਿਲੀ ਗੱਲ ਅੱਗੇ ਇਹ ਲਿਖੀ ਕਿ ਦਾਰਾ ਸ਼ਕੋਹ ਇਹ ਗੱਲ ਬਿਲਕੁਲ ਸਮਝ ਲੈ, ਤੁਮੈ ਖੌਫ ਦੋਜਕ ਨਹੀਂ, ਤੈਨੂੰ ਦੋਜਕ ਦਾ ਬਿਲਕੁਲ ਡਰ ਨਹੀਂ, ਨਰਕਾਂ ਦਾ ਡਰ ਤੇ ਆਪਣੇ ਅੰਦਰੋਂ ਕੱਢ ਦੇ। ਤੇ ਕਿਉਂ? ਕਿਉਂਕਿ ਕਿ ਪੀਰਾ ਫਕੀਰਾ ਸੋ ਲਾਗਿਓ ਸੁਨੇਹੋ। ਤੇਰਾ ਪਿਆਰ ਪੀਰਾ ਫਕੀਰਾ ਬੰਦਗੀ ਕਰਨ ਵਾਲਿਆਂ ਦੇ ਨਾਲ ਹੈ, ਤੇ ਬੰਦਗੀ ਕਰਨ ਵਾਲਿਆਂ ਦੇ ਤੇ ਜਿਹੜਾ ਸੰਗਤ ਕਰੇ ਉਹ ਧਰਮਰਾਜ ਤੇ ਇਹਨਾਂ ਨਰਕਾਂ ਦੇ ਨੇੜੇ ਵੀ ਨਹੀਂ ਜਾਂਦਾ। ਕਿਉਂਕਿ ਉਹਨਾਂ ਵਾਸਤੇ ਇਹ ਰਸਤਾ ਹੀ ਨਹੀਂ, ਉਹਨਾਂ ਦਾ ਤੇ ਰਸਤੇ ਖਤਮ ਹੋ ਜਾਂਦਾ ਹੈ। ਔਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਜਿਨ੍ਹਾਂ ਨੇ ਨਾਮ ਨੂੰ ਜਪਿਆ ਤੇ ਨਾਮ ਜਪਣ ਵਾਲਿਆਂ ਦੀ ਜਿਨ੍ਹਾਂ ਨੇ ਸੰਗਤ ਕੀਤੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਰੋਜ਼ ਹੀ ਕਹਿੰਦੇ ਨੇ, ਜਪਜੀ ਸਾਹਿਬ ਦੇ ਖੇਤ ਅਸੀਂ ਸ਼ਲੋਕ ਪੜ੍ਹਨੇ ਆ ਕਿ ਜਿਨੇ ਨਾਮ ਤੇ ਆਇਆ ਗਏ ਮਸ਼ੱਕਤ ਘਾਲ। ਬੜੀ ਮਸ਼ੱਕਤ ਹੈ ਜੀ ਘਾਲਣਾ, ਨਾਮ ਜਪਣਾ ਕਹਿਣਾ ਸੌਖਾ ਥੋੜ੍ਹੀ ਹੈ। ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ ਕਿ ਆਖਾਂ ਜੀਵਾਂ ਵਿਸਰੈ ਮਰ ਜਾਉ। ਪਰ ਅੱਗੇ ਇਹ ਵੀ ਕਮਾਲ ਦੀ ਗੱਲ ਕਹਿੰਦੇ ਨੇ ਕਿ ਆਖਣ ਔਖਾ ਸਾਚਾ ਨਾਉ। ਕਿਉਂਕਿ ਮੂੰਹ ਦੇ ਨਾਲ ਤੇ ਰੱਟਾ ਜਿੰਨਾ ਮਰਜ਼ੀ ਲਾ ਲਈਏ, ਮੂੰਹ ਦੇ ਨਾਲ ਤੇ ਆਪਾਂ ਜਿੰਨਾ ਮਰਜ਼ੀ ਉੱਚੀ ਉੱਚੀ ਬੋਲੀ ਜਾਈਏ, ਪਰ ਸੱਚਾ ਨਾਮ ਉਦੋਂ ਹੀ ਅੰਦਰ ਆਉਣਾ ਹੈ ਜਦੋਂ ਸੱਚਮੁੱਚ ਅਸੀਂ ਸੱਚ ਦੇ ਰਾਹ 'ਤੇ ਚੱਲ ਪਏ। ਉਹ ਯਾਦ ਉਦੋਂ ਹੀ ਹੋਣਾ ਜਦੋਂ ਕਿਤੇ ਵੀ ਜਾਈਏ ਮਾੜਾ ਕੰਮ ਕਰਨ ਦਾ ਫੁਰਨਾ ਅੰਦਰੋਂ ਉੱਠੇ ਹੀ ਨਾ, ਕਿ ਗੁਰੂ ਚੇਤੇ ਹੋਵੇ, ਰੱਬ ਚੇਤੇ ਹੋਵੇ, ਬਸ ਸਮਝੋ ਉਦੋਂ ਅਸੀਂ ਜਪ ਲਿਆ, ਉਦੋਂ ਸਿਮਰਨ ਕਰ ਲਿਆ। ਕਹਿੰਦੇ ਤੇਰਾ ਪੀਰਾਂ ਫਕੀਰਾਂ ਦੇ ਨਾਲ ਨੇਹ ਲੱਗਿਆ, ਜਪਣ ਵਾਲਿਆਂ ਦੇ ਨਾਲ ਨੇਹ ਲੱਗਿਆ ਹੈ। ਤੇ ਜਿਨ੍ਹਾਂ ਨੇ ਨੇਹ ਲਾਇਆ ਉਹ ਆਪ ਜਪਦੇ ਨੇ, ਤੇ ਹੋਰ ਕਈਆਂ ਨੂੰ ਆਪ ਤੇ ਤਰਦੇ ਨੇ, ਹੋਰ ਕਈਆਂ ਨੂੰ ਤਾਰ ਲੈਂਦੇ ਨੇ। ਜਿਨੇ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜੋ ਗਾਫਲ ਬੜੇ ਬਾਦਸ਼ਾਹੀ ਸੋ ਪਾਏ, ਪਰੈ ਵਿੱਚ ਦੋਜਕ ਨਾ ਲੱਗੈ ਹਵਾਏ।
ਸਤਿਗੁਰੂ ਕਹਿੰਦੇ ਨੇ ਜਿਹੜੇ ਵੱਡੇ ਬੇਖਬਰ ਹੁੰਦੇ ਨੇ, ਜਿਹੜੇ ਆਤਮ ਗਿਆਨ ਤੋਂ ਹੀਣੇ ਹੁੰਦੇ ਨੇ, ਜਿਨ੍ਹਾਂ ਨੂੰ ਆਪਣੇ ਆਪ ਦੀ ਸੁੱਧ ਨਹੀਂ ਹੁੰਦੀ, ਜਿਹੜੇ ਐਵੇਂ ਦੇ ਲੋਕ ਦੁਨਿਆਵੀ ਬਾਦਸ਼ਾਹੀ ਹਾਸਲ ਕਰ ਵੀ ਲੈਣ, ਭਾਵੇਂ ਕਿੱਡੇ ਵੱਡੇ ਮਰਜ਼ੀ ਬਾਦਸ਼ਾਹ ਬਣ ਜਾਣ, ਪਰ ਵਿੱਚ ਦੋਜਕ ਨਾ ਲੱਗੇ ਹਵਾਏ, ਉਹ ਤੇ ਪੱਕੀ ਗੱਲ, ਉਹ ਤੇ ਪੈਂਦੇ ਦੋਜਕ ਵਿੱਚ ਨੇ। ਉਹਨਾਂ ਨੂੰ ਤਾਂ ਨਰਕਾਂ ਵਿੱਚ ਵੀ ਥਾਂ ਮੁਸ਼ਕਿਲ ਨਾਲ ਹੀ ਮਿਲਦੀ ਹੈ ਕਿ ਉਹਨਾਂ ਨੂੰ ਸਿੱਧੀ ਹਵਾ ਕਦੇ ਲੱਗ ਹੀ ਨਹੀਂ ਸਕਦੀ। ਜਿਹੜੇ ਦੁਨਿਆਵੀ ਬਾਦਸ਼ਾਹ ਧੱਕੇ ਦੇ ਨਾਲ ਹੇਰਾ ਫੇਰੀਆਂ ਕਰਕੇ ਲੈਂਦੇ ਨੇ, ਉਹ ਤਾਂ ਜਾਂਦੇ ਹੀ ਨਰਕਾਂ ਨੂੰ ਨੇ। ਔਰ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਚਿੱਠੀ ਦੇ ਵਿੱਚ ਕੁਝ ਬਚਨ ਦਾਰਾ ਸ਼ਕੋਹ ਨੂੰ ਜਿਹੜੇ ਹੋਰ ਲਿਖ ਕੇ ਭੇਜਦੇ ਨੇ, ਉਹ ਆਪਾਂ ਕੱਲ੍ਹ ਵਿਚਾਰਾਂਗੇ। ਸਮੇਂ ਦੇ ਮੁਤਾਬਕ ਇਤਨੀ ਬੇਨਤੀ ਪ੍ਰਵਾਨ ਕਰਨੀ ਹੈ ਜੀ, ਹੋਈਆਂ ਭੁੱਲਾਂ ਦੀ ਖਿਮਾ। ਆਓ ਇੱਕ ਦੋ ਵਾਰੀ ਰਸਨਾ ਦੇ ਨਾਲ ਲਵਾਈਏ ਹਾਜ਼ਰੀ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ।